ਸਵਾਗਤ ਹੈ ਪੀਟੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ। ਪੰਜਾਬ ਇਸ ਵਕਤ ਬਿਜਲੀ ਸੰਕਟ ਦੇ ਨਾਲ ਜੂਝ ਰਿਹਾ ਹੈ। ਸਰਕਾਰ ਦੇ ਵੱਲੋਂ ਪਿਛਲੇ ਹਫਤੇ ਪਹਿਲਾਂ ਆਖਿਆ ਗਿਆ ਸੀਗਾ ਕਿ ਹਫਤੇ ਦੇ ਵਿੱਚ 2 ਦਿਨ ਦਾ ਵੀਕਲੀ ਆਫ ਕਰਾਂਗੇ। ਉਸ ਤੋਂ ਬਾਅਦ ਫਿਰ ਪੀਐਸਪੀਸੀਐਲ ਦੇ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਕਿ 7 ਜੁਲਾਈ ਤੋਂ ਲੈ ਕੇ 10 ਜੁਲਾਈ ਤੱਕ ਜਿਹੜੇ ਲਾਰਜ ਸਪਲਾਈ ਵਾਲੇ ਅਦਾਰੇ ਹੈਗੇ ਨੇ, ਜਿਹੜੇ ਉਦਯੋਗ ਹੈਗੇ ਨੇ, ਉਹਨਾਂ ਨੂੰ 3 ਦਿਨ ਦੇ ਵਾਸਤੇ ਬੰਦ ਰੱਖਣ ਦੇ ਅਪੀਲ ਕੀਤੀ ਗਈ ਆ। ਬੰਦ ਰੱਖਣ ਦੇ ਵਾਸਤੇ ਉਹਨਾਂ ਤੋਂ ਸਹਿਯੋਗ ਮੰਗਿਆ ਗਿਆ। ਜਲੰਧਰ ਦੇ ਵਿੱਚ ਖੜੇ ਆ। ਜਲੰਧਰ ਦੀ ਇੰਡਸਟਰੀ ਦਾ ਕੀ ਹਾਲ ਹੈਗਾ, ਔਰ ਮੇਰੇ ਨਾਲ ਇਸ ਵਕਤ ਜਲੰਧਰ ਦੇ ਜਿਹੜੇ ਟੌਪ ਦੇ ਇੰਡਸਟਰੀਜ਼ ਹੈਗੇ ਨੇ, ਜਿਹੜੇ ਸੂਬੇ ਦੀ ਆਰਥਿਕਤਾ ਦੇ ਵਿੱਚ ਜਿਨ੍ਹਾਂ ਦਾ ਵੱਡਾ ਯੋਗਦਾਨ ਹੈ, ਕਿਉਂਕਿ ਇੰਡਸਟਰੀ ਜਿਹੜੀ ਹੈ ਉਹ ਸੂਬੇ ਦੀ ਰੀੜ੍ਹ ਦੀ ਹੱਡੀ ਜੇਕਰ ਉਸ ਨੂੰ ਆਖਿਆ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ। ਇੱਕ ਵਾਰੀ ਮਹਿਮਾਨਾਂ ਦੇ ਨਾਲ ਥੋੜਾ ਤਾਰਫ ਕਰਾ ਦਿੰਦੇ ਹਾਂ। ਚੇਅਰਮੈਨ ਸਾਹਿਬ ਬਲਰਾਮ ਕਪੂਰ ਜੀ, ਜਿਹੜੇ ਕਿ ਜਲੰਧਰ ਆਟੋ ਪਾਰਟਸ ਮੈਨੂਫੈਕਚਰਰਸ ਐਸੋਸੀਏਸ਼ਨ ਦੇ ਚੇਅਰਮੈਨ ਹੈਗੇ ਨੇ। ਤੁਸ਼ਾਰ ਜੈਨ ਸਾਹਿਬ ਹੈਗੇ ਨੇ, CII ਦੇ ਜਿਹੜੇ ਚੇਅਰਮੈਨ ਨੇ। ਉਸ ਤੋਂ ਇਲਾਵਾ ਮਨੀਸ਼ ਕਵਾਤਰਾ ਜੀ ਨੇ, ਪ੍ਰੈਜ਼ੀਡੈਂਟ ਸੰਜੀਵ ਜਨੇਜਾ ਜੀ ਨੇ, ਔਰ ਸੁਦਰਸ਼ਨ ਸ਼ਰਮਾ ਨੇ ਜਿਹੜੇ ਕਿ HR ਇੰਟਰਨੈਸ਼ਨਲ ਇੰਡਸਟਰੀ ਤੋਂ ਹੈਗੇ ਨੇ। ਨਰਿੰਦਰ ਸੱਗੂ ਸਾਹਿਬ ਨੇ, ਪ੍ਰਧਾਨ ਨੇ ਜਿਹੜੇ ਕਿ ਜਲੰਧਰ ਫੋਕਲ ਪੁਆਇੰਟ ਐਕਸਟੈਂਸ਼ਨ ਦੇ। ਤਜਿੰਦਰ ਸਿੰਘ ਪਸੀਨ ਸਾਹਿਬ ਉਦਯੋਗ ਨਗਰ ਤੋਂ, ਔਰ ਰਜੀਵ ਮਿੱਤਲ ਸਾਹਿਬ ਜਿਹੜੇ ਕਿ ਖਜ਼ਾਨਚੀ ਨੇ ਜਲੰਧਰ ਫੋਕਲ ਪੁਆਇੰਟ ਐਸੋਸੀਏਸ਼ਨ ਦੇ। ਮਹਿਮਾਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਜਾਣਦੇ ਹਾਂ ਕਿ ਇੰਡਸਟਰੀ ਦਾ ਇਸ ਵਕਤ ਹਾਲਾਤ ਕੀ ਹੈਗਾ। 3 ਦਿਨ ਦੀ ਅਪੀਲ ਕੀਤੀ ਗਈ ਹੈ, ਪਹਿਲਾਂ 2 ਦਿਨ ਤੁਸੀਂ ਇੰਡਸਟਰੀ ਆਪਣੀ ਬੰਦ ਰੱਖੀ ਸੀਗੀ। ਓਵਰਆਲ ਆਪਾਂ ਗੱਲ ਕਰੀਏ ਤਾਂ ਹਾਲਾਤ ਕੀ ਹੈਗੇ ਨੇ ਇਸ ਵਕਤ, ਇੰਡਸਟਰੀ ਕਿਹੜੇ ਹਾਲਾਤ 'ਚੋਂ ਲੰਘ ਰਹੀ ਹੈ? ਇੰਡਸਟਰੀ ਮੈਂ ਥੋੜਾ ਜਿਹਾ ਬੈਕਗਰਾਉਂਡ ਤੋਂ ਸ਼ੁਰੂ ਕਰਦਾ। 3 ਮਹੀਨੇ ਤੋਂ ਪਹਿਲਾਂ ਤੋਂ ਕਿ 3 ਮਹੀਨੇ ਪਹਿਲਾਂ ਸਾਡੀ ਇੰਡਸਟਰੀ ਦੇ ਉੱਤੇ ਜਦੋਂ ਕੋਵਿਡ ਆਇਆ, ਉਦੋਂ ਸਾਨੂੰ ਕਿਹਾ ਗਿਆ ਕਿ ਇੰਡਸਟਰੀ ਨੂੰ ਲੇਬਰ ਸੰਭਾਲਣੀ ਪੈਣੀ ਹੈ। ਸਾਡੀ ਆਊਟਲੈਟਸ ਸੇਲਸ ਦੇ ਸਾਰੇ ਬੰਦ ਸੀਗੇ। ਅਸੀਂ ਫਿਰ ਵੀ ਲੇਬਰ ਨੂੰ ਸੰਭਾਲ ਕੇ ਇੰਡਸਟਰੀ ਨੂੰ ਆਪਣੇ ਆਪ ਤੇ ਨਿਰਭਰ ਰੱਖਿਆ। ਫਿਰ ਉਸ ਤੋਂ ਬਾਅਦ ਆ ਗਈ ਆਕਸੀਜਨ ਦੀ ਪ੍ਰੋਬਲਮ। ਸਾਡੀ ਇੰਡਸਟਰੀ ਨੂੰ ਆਕਸੀਜਨ ਕਿਹਾ ਗਿਆ ਕਿ ਆਕਸੀਜਨ ਸਾਰੀ ਤੁਸੀਂ ਨਹੀਂ ਯੂਜ਼ ਕਰਨੀ। ਸਾਡੀ 50% ਪ੍ਰੋਡਕਸ਼ਨ ਉਹਦੇ ਨਾਲ ਇਫੈਕਟ ਹੋਈ ਆਕਸੀਜਨ ਨਾ ਮਿਲਣ ਕਰਕੇ। ਅਸੀਂ ਉਹ ਵੀ ਲਾਸਟ ਮੰਥ ਅਸੀਂ ਉਹਦੇ ਨਾਲ ਜੂਝਦੇ ਰਹੇ। ਹੁਣ ਆ ਕੇ ਜਦੋਂ ਬਿਜਲੀ ਦਾ ਸੰਕਟ ਆਇਆ ਤਾਂ ਸਭ ਤੋਂ ਪਹਿਲਾਂ ਇੰਡਸਟਰੀ ਨੂੰ ਕਿਹਾ ਗਿਆ ਕਿ ਤੁਸੀਂ ਆਪਣੀ ਪਹਿਲਾਂ ਫੈਕਟਰੀਆਂ ਬੰਦ ਕਰ ਲਓ 3 ਦਿਨ ਲਈ। ਤੁਹਾਨੂੰ ਕੋਈ ਰਿਸਪਾਈਟ ਨਹੀਂ ਹੈ, ਤੁਸੀਂ ਲੇਬਰ ਵੀ ਸੰਭਾਲੋ ਆਪੇ ਹੀ। ਅਤੇ ਮਤਲਬ ਕਿ ਨਾ ਇੰਡਸਟਰੀ ਨੂੰ ਤਾਂ ਇਸ ਤਰ੍ਹਾਂ ਸਮਝ ਕੇ ਚੱਲ ਰਹੀ ਹੈ ਗੌਰਮੈਂਟ ਕਿ ਇਹ ਪਤਾ ਨਹੀਂ ਕਿੱਥੋਂ ਖਜ਼ਾਨੇ ਇਹਨਾਂ ਦੇ ਕੋਲ ਹੈਗੇ ਆ ਅਤੇ ਇਹ ਸਾਰੀਆਂ ਚੀਜ਼ਾਂ ਨੂੰ ਇਹੀ ਫੀਡ ਕਰੂਗੇ ਅਤੇ ਗੌਰਮੈਂਟ ਦਾ ਇਹਦੇ 'ਚ ਕੋਈ ਰੋਲ ਨਹੀਂ ਨਜ਼ਰ ਆਉਂਦਾ। ਸਗੂ ਸਾਹਿਬ, ਜਿਸ ਤਰੀਕੇ ਨਾਲ ਕਪੂਰ ਸਾਹਿਬ ਕਹਿ ਰਹੇ ਨੇ ਕਿ ਮਿਸਮੈਨੇਜਮੈਂਟ ਕਿਤੇ ਨਾ ਕਿਤੇ ਹੋਈ ਹੈ, ਕਿੰਨਾ ਕੁ ਤੁਸੀਂ ਸਮਝਦੇ ਹੋ ਕਿ ਜੇਕਰ ਸਮਾਂ ਰਹਿੰਦਿਆਂ ਸਾਰਾ ਕੁਝ ਦਰੁਸਤ ਕਰ ਲਿਆ ਜਾਂਦਾ ਤਾਂ ਹੋ ਸਕਦਾ ਅਜਿਹੇ ਹਾਲਾਤ ਨਾ ਬਣਦੇ? ਤੁਸੀਂ ਥੋੜ੍ਹਾ ਜਿਹਾ ਦੱਸੋਗੇ ਆਪਣੇ ਹਿਸਾਬ ਨਾਲ। ਦੇਖੋ ਜੀ, ਇੰਡਸਟਰੀ ਬਿਜਲੀ ਵਾਸਤੇ ਤਾਂ ਅਸੀਂ ਤਰਸ ਰਹੇ ਹਾਂ ਇਸ ਵੇਲੇ। 5 ਰੁਪਏ ਮਿਲਣੀ ਸੀ, 5 ਰੁਪਏ ਤਾਂ ਚਲੋ ਕਿਸੇ ਭਾਅ ਵੀ ਹੈ ਨਹੀਂ ਹੁਣ। ਸੋ ਅਸੀਂ ਇਹ ਸੋਚਦੇ ਹਾਂ ਕਿ ਸਰਕਾਰ ਨੂੰ, ਕੋਈ ਵੀ ਸਰਕਾਰ ਕਿਸੇ ਦੀ ਹੋਵੇ, ਉਹ ਕਦੀ ਨਹੀਂ ਇਹ ਚਾਹੇਗੀ ਕਿ ਉਹਦੀ ਇੰਡਸਟਰੀ ਜਿਹੜੀ ਆ ਔਰ ਉਹਦੇ ਲੋਕ ਜਿਹੜੇ ਆ ਇਸ ਤਰ੍ਹਾਂ ਪਰੇਸ਼ਾਨ ਹੋਣ। ਇਹ ਜੋ ਕੁਝ ਅੱਜ ਦੇਖਣ ਨੂੰ ਮਿਲ ਰਿਹਾ, ਅੱਜ ਤੋਂ 3 ਸਾਲ ਪਹਿਲਾਂ ਸਰਕਾਰ ਕਹਿ ਰਹੀ ਸੀ ਤੁਸੀਂ ਰਾਤ ਨੂੰ ਬੱਤੀ ਜਲਾਓ, ਰਾਤ ਨੂੰ ਤੁਸੀਂ ਕੰਮ ਕਰੋ, ਤੁਹਾਨੂੰ 1 ਰੁਪਏ ਯੂਨਿਟ ਸਸਤਾ ਦੇਵਾਂਗੇ। ਉਹ ਬਿਜਲੀ ਕਿੱਥੇ ਚਲੀ ਗਈ? ਔਰ ਉਹ ਜਿਹੜੇ ਆਰਗੇਨਾਈਜ਼ਰ ਸੀ ਉਹ ਕਿੱਥੇ ਚਲੇ ਗਏ? ਸਰਕਾਰ ਨੂੰ ਇਹ ਚਾਹੀਦਾ ਕਿ ਆਪਣੇ ਲੜਾਈ ਵੇਲੇ ਹੀ ਪਤਾ ਲੱਗਦਾ ਕਿ ਕਿਹੜਾ ਸੈਨਾਪਤੀ ਅੱਛਾ ਅਤੇ ਕਿਹੜੀ ਸੈਨਾ ਅੱਛੀ ਹੈ। ਸੋ ਇਸ ਵੇਲੇ ਜਿਹੜੇ ਬੰਦੇ ਨਹੀਂ ਕੰਮ ਕਰ ਸਕੇ, ਨਹੀਂ ਮੈਨੇਜ ਕਰ ਸਕੇ, ਉਹਨਾਂ ਨੂੰ ਜਿੰਨੇ ਨੁਕਸਾਨ ਸਾਡੇ ਹੋਏ ਆ ਉਹਦੀ ਜ਼ਿੰਮੇਵਾਰੀ ਉਹਨਾਂ ਲੋਕਾਂ ਨੂੰ ਚੱਕਣੀ ਚਾਹੀਦੀ ਹੈ। ਸੋ ਸਾਡਾ ਇਹ ਆ ਕਿ ਇੱਕ ਸਾਡੀ ਇਹ ਡਿਮਾਂਡ ਹੈ, ਅਸੀਂ ਜਦੋਂ ਵੀ ਕਿਸੇ ਵੇਲੇ ਇੱਦਾਂ ਦੀ ਪੋਜੀਸ਼ਨ 10-12 ਸਾਲ ਪਹਿਲਾਂ ਅਗਰ ਆਉਂਦੀ ਸੀ ਅਤੇ ਸਰਕਾਰ ਨੂੰ ਅਸੀਂ ਜੇ ਰਿਕੁਐਸਟ ਕਰਦੇ ਸੀ ਕਿ 500 ਕਿਲੋਵਾਟ ਤੱਕ ਫਰਨਸ ਚਲਾਉਣ ਦਿਓ, ਕਿਉਂਕਿ 500 ਕਿਲੋਵਾਟ ਨਾਲ 250 ਤੋਂ 300 ਬੰਦਿਆਂ ਦੇ ਘਰ ਦੀ ਰੋਟੀ ਚੱਲ ਜਾਂਦੀ ਹੈ। ਸੋ ਉਹ ਅਗਰ ਚਲਾਨ ਦੇਣਗੇ, ਔਰ ਉਹ ਚਲਾਨ ਦਿੰਦੇ ਸੀ ਅੱਗੇ ਹਰ ਸਰਕਾਰ ਚਲਾਨ ਦਿੰਦੀ ਸੀ, ਚਲੋ 500 ਤੱਕ ਕਰ ਲੈਂਦੇ ਹਾਂ, ਲੇਕਿਨ ਉਹ ਵੀ ਨਹੀਂ ਇਹ ਕਰ ਰਹੇ। ਸੋ ਇਹ ਇੰਡਸਟਰੀ ਨੂੰ ਇਸ ਵੇਲੇ ਬਿਲਕੁਲ ਗਲਾ ਘੁੱਟਿਆ ਹੋਇਆ। ਸਰ, ਜਿਵੇਂ ਸਗੂ ਸਾਹਿਬ ਆਖ ਰਹੇ ਨੇ, ਕੋਵਿਡ ਦਾ ਜ਼ਿਕਰ ਕੀਤਾ ਕਿ ਕੋਵਿਡ ਦੇ ਵਿੱਚ ਵੀ ਹੈਲਪ ਕੀਤੀ ਹੈ, ਔਰ ਇਹਦੇ ਨਾਲ ਦੀ ਗੱਲ ਜੁੜਦੀ ਹੈ ਕਿ ਕੋਵਿਡ ਦੇ ਵਿੱਚ ਵੀ ਇੰਡਸਟਰੀ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਈ ਹੈ, ਔਰ ਉਸ ਤੋਂ ਬਾਅਦ ਫਿਰ ਹੁਣ ਇਸੇ ਤਰੀਕੇ ਨਾਲ ਬੰਦ ਰੱਖਣੀ ਪੈ ਰਹੀ ਹੈ, ਅਤੇ ਫਿਰ ਅਰਥਚਾਰਾ ਕਿਵੇਂ ਚੱਲੇਗਾ? ਦੇਖੋ, ਮੈਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਜਿਹੜਾ ਤੁਸੀਂ ਆ ਕੇ ਸਾਰੀ ਇੰਡਸਟਰੀ ਦਾ ਤਕਲੀਫਾਂ ਸੁਣ ਰਹੇ ਹੋ ਔਰ ਸਾਡੀ ਸਰਕਾਰ ਤੱਕ ਪਹੁੰਚਾਓਗੇ। ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਕੋਵਿਡ ਦੇ ਵਿੱਚ ਸਭ ਨੂੰ ਪਤਾ ਹੈ ਕਿ ਕਿੰਨੀ ਮੁਸ਼ਕਲ ਦੇ ਵਿੱਚ ਇੰਡਸਟਰੀ ਸਾਡੀ ਰਹੀ ਹੈ
ਔਰ ਅਸੀਂ ਉਹਨਾਂ ਨੂੰ ਕਿਸ ਤਰੀਕੇ ਨਾਲ ਮੈਨੇਜ ਕਰਕੇ ਆਪਣੇ ਜਿਹੜੀ ਇੰਡਸਟਰੀ ਆਪਣੇ ਵਰਕਰਸ ਹੈਗੇ ਆ ਉਹਨਾਂ ਨੂੰ ਕਿਸ ਤਰ੍ਹਾਂ ਰੋਟੀ ਦਾ ਉਹਨਾਂ ਦਾ ਇੰਤਜ਼ਾਮ ਕੀਤਾ। ਇੱਕ ਪਾਸੇ ਤਾਂ ਦੇਖੋ ਇੰਨਾ ਸ਼ੋਰ ਪੈ ਰਿਹਾ ਮਚ ਰਿਹਾ ਕਿ ਜਿਹੜਾ ਅਨਐਮਪਲੋਇਮੈਂਟ ਇੰਨੀ ਜ਼ਿਆਦਾ ਵੱਧਦੀ ਜਾ ਰਹੀ ਆ। ਅਗਰ ਇੰਡਸਟਰੀ ਵੱਲ ਗਵਰਨਮੈਂਟ ਅੱਜ ਧਿਆਨ ਨਹੀਂ ਕਰਦੀ, ਜਿਸ ਤਰ੍ਹਾਂ ਉਹਨਾਂ ਨੇ 3 ਦਿਨ ਦਾ ਕੱਟ ਲਗਾ ਦਿੱਤਾ ਹੈਗਾ, ਔਰ ਇਹ ਇੰਡਸਟਰੀ ਚਲਾਉਣੀ ਬਹੁਤ ਔਖੀ ਹੈ। ਜਨਰੇਟਰਾਂ ਦੇ ਉੱਤੇ ਇੱਕ ਤਾਂ ਮਹਿੰਗਾ ਬਹੁਤ ਪੈਂਦਾ ਔਰ ਸਾਰਾ ਦਿਨ ਜਨਰੇਟਰ ਨਹੀਂ ਚੱਲ ਸਕਦੇ, ਇਹ ਗਵਰਨਮੈਂਟ ਨੂੰ ਪਤਾ ਆ। ਇਹ ਤਾਂ ਗਵਰਨਮੈਂਟ ਨੂੰ ਖੁਦ ਚਾਹੀਦਾ ਸੀਗਾ ਕਿ ਜਿੱਦਾਂ ਵੀ ਥਰਮਲ ਪਲਾਂਟਸ ਨੂੰ ਪਹਿਲੇ ਕਿੱਦਾਂ ਰਿਪੇਅਰ ਕਰਕੇ ਰੱਖਣਾ, ਕਿਸ ਤਰ੍ਹਾਂ ਇਹਨਾਂ ਲਈ ਤਿਆਰ ਹੋਣਾ, ਸਾਰਾ ਕੁਝ ਇਹ ਗਵਰਨਮੈਂਟ ਦੀ ਡਿਊਟੀ ਹੈ। ਅਸੀਂ ਤਾਂ ਆਪਣਾ ਇਹ ਹੈ ਕਿ ਦੇਖੋ ਅਨਐਮਪਲੋਇਮੈਂਟ ਨੂੰ ਬਚਾ ਕੇ ਬੈਠੇ ਆ। ਇੱਕ ਬੰਦਾ 400 500 ਵਰਕਰਸ ਨੂੰ ਦੇਖੋ ਰੋਟੀ ਦੇ ਰਿਹਾ, ਪਰਮਾਤਮਾ ਨੇ ਸਾਡੇ ਨਾਲ ਜੋੜਿਆ ਹੋਇਆ ਉਹਨਾਂ ਨੂੰ। ਤੇ ਦੂਸਰੀ ਗੱਲ ਇਹ ਆ ਕਿ ਜਿਸ ਤਰ੍ਹਾਂ ਅਸੀਂ ਅੱਗੇ ਇੰਨੀ ਤਕਲੀਫ ਚੋਂ ਨਿਕਲੇ ਆ, ਉਹਦੇ ਬਾਅਦ ਇੱਕਦਮ ਇਹ ਤਕਲੀਫ ਆ ਗਈ ਆ। ਤਾਂ ਇੰਡਸਟਰੀਅਲਿਸਟ ਜਿਹੜੇ ਹੈਗੇ ਨੇ, ਤੁਸੀਂ ਇਹਨਾਂ ਦੀ ਜ਼ੁਬਾਨੀ ਸੁਣਦੇ ਕਿ ਹਾਲਾਤ ਕੀ ਹੈਗੇ ਨੇ। ਪਹਿਲਾਂ ਜਿਸ ਤਰੀਕੇ ਨਾਲ ਕੋਵਿਡ ਦਾ ਦੌਰ ਰਿਹਾ, ਕੋਵਿਡ ਦੇ ਦੌਰ ਦੇ ਵਿੱਚ ਕਿਵੇਂ ਇੰਡਸਟਰੀ ਸਫਰ ਹੋਈ ਹੈ, ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ। ਸਭ ਨੇ ਵੇਖਿਆ ਕਿ ਕਿਵੇਂ ਮਜ਼ਦੂਰ ਸਨ, ਮਜ਼ਦੂਰਾਂ ਨੂੰ ਕਿਵੇਂ ਸੰਭਾਲਿਆ ਗਿਆ। ਹਾਲਾਂਕਿ ਬਹੁਤ ਸਾਰੇ ਲੋਕ ਉਦੋਂ ਘਰਾਂ ਨੂੰ ਚਲੇ ਗਏ, ਫਿਰ ਉਹਨਾਂ ਨੂੰ ਘਰਾਂ ਤੋਂ ਵਾਪਸ ਲਿਆਉਣ ਵਾਸਤੇ ਇੰਡਸਟਰੀਅਲਿਸਟਾਂ ਨੂੰ ਕਿਵੇਂ ਜਦੋਜਹਿਦ ਕਰਨੀ ਪਈ ਤਾਂ ਕਿ ਜਿਹੜੇ ਕੰਮ ਚੱਲ ਸਕਣ। ਔਰ ਉਸ ਤੋਂ ਬਾਅਦ ਹੁਣ ਜਦੋਂ ਥੋੜ੍ਹਾ ਜਿਹਾ ਕੰਮ ਲੀਹ 'ਤੇ ਹੋਣਾ ਸ਼ੁਰੂ ਹੋਇਆ ਤਾਂ ਬਿਜਲੀ ਸੰਕਟ ਪੰਜਾਬ ਦੇ ਵਿੱਚ ਆ ਗਿਆ। ਸਰਕਾਰ ਨੇ ਅਪੀਲਾਂ ਕਰਕੇ ਜਿਹੜੀਆਂ ਇੰਡਸਟਰੀਆਂ ਉਹ 3-3 ਦਿਨ ਦੇ ਵਾਸਤੇ ਬੰਦ ਰੱਖਣ ਦੀ ਜਿਹੜੀ ਹੈ ਅਪੀਲ ਕੀਤੀ ਹੈ। ਕੁਝ ਹੋਰ ਜਿਹੜੇ ਨੁਮਾਇੰਦੇ ਹੈਗੇ ਉਹਨਾਂ ਨਾਲ ਵੀ ਗੱਲ ਕਰ ਰਹੇ ਹਾਂ। ਜੈਨ ਸਾਹਿਬ, ਇੰਡਸਟਰੀ ਦੇ ਨਾਲ ਕਨਫੈਡਰੇਸ਼ਨ ਦੇ ਨਾਲ ਤੁਸੀਂ ਜੁੜੇ ਹੈਗੇ ਹੋ, ਮੋਟੇ ਤੌਰ ਤੇ ਆਪਾਂ ਜੇਕਰ ਜਲੰਧਰ ਦੀ ਗੱਲ ਕਰੀਏ ਤਾਂ ਕਿੰਨੇ ਕੁ ਜਿਹੜੇ ਯੂਨਿਟਸ ਹੈਗੇ ਨੇ ਜਿਹੜੇ ਅਫੈਕਟ ਹੋਏ ਨੇ PSPCL ਦੇ ਇਸ ਫਰਮਾਨ ਦੇ ਨਾਲ? ਸਰ, ਜਲੰਧਰ ਦੇ ਵਿੱਚ ਸਰਕਾਰੀ ਆંકੜਿਆਂ ਦੇ ਹਿਸਾਬ ਨਾਲ 18,000 MSME ਰਜਿਸਟਰਡ ਹੈ ਤੇ ਮੈਂ ਐਕਸਪੈਕਟ ਕਰਦਾ ਹਾਂ ਕਿ ਜਲੰਧਰ ਜਿਹੜਾ ਹੈ ਉਹ ਜ਼ਿਆਦਾਤਰ ਉਦਯੋਗਿਕ ਦਾਇਰੇ ਜਿਹੜੇ ਹੈਗੇ ਉਹ ਇੰਡਕਸ਼ਨ ਫਰਨਸਿਸ ਦੇ ਹੈਗੇ ਆ। ਕਾਸਟਿੰਗ ਦਾ, ਢਲਾਈ ਦਾ ਕੰਮ ਇੱਥੇ ਸਭ ਤੋਂ ਜ਼ਿਆਦਾ ਹੁੰਦਾ ਹੈ ਕਿਉਂਕਿ ਉਹਦੇ ਨਾਲ ਹੈਂਡ ਟੂਲ ਸੈਕਟਰ ਵੀ ਸਰਵ ਹੁੰਦਾ ਹੈ, ਆਟੋ ਪਾਰਟਸ ਵੀ ਹੁੰਦਾ ਹੈ, ਵਾਲਵਸ ਐਂਡ ਕੌਕਸ ਵੀ ਹੁੰਦਾ ਹੈ ਤੇ ਪਾਈਪ ਫਿਟਿੰਗ ਦਾ ਵੀ ਸੈਕਟਰ ਹੁੰਦਾ ਹੈ। ਸੋ ਇੱਕ LS ਕਨੈਕਸ਼ਨ ਜਾਂ ਇੰਡਕਸ਼ਨ ਨੂੰ ਮਿਲਾ ਕੇ ਮੈਂ ਅੰਦਾਜ਼ਾ ਲਗਾ ਰਿਹਾ ਕਿ 7,000 ਕਰੀਬ ਯੂਨਿਟ ਜਿਹੜੇ ਹੈਗੇ ਆ ਉਹ ਮਿਨੀਮਮ ਇਫੈਕਟ ਹੋਣੇ ਚਾਹੀਦੇ ਆ। ਬਟ ਸਾਡਾ ਜਿਹੜਾ ਕੰਸਰਨ ਹੈਗਾ ਉਹ ਉਸ ਤੋਂ ਜ਼ਿਆਦਾ ਗਹਿਰਾ ਹੈ, ਜਿਹੜਾ ਸਾਡਾ ਪ੍ਰਵਾਸੀ ਬੰਧੂਆਂ ਦੇ ਨਾਲ ਹੈ। 7,000 ਦੇ ਵਿੱਚ ਜੇ ਮੈਂ ਐਵਰੇਜ 200 ਦੀ ਵੀ ਇੱਕ ਲਗਾਵਾਂ, ਜਿਹਦੇ ਵਿੱਚ ਕੁਝ ਡਾਇਰੈਕਟ ਇਨਡਾਇਰੈਕਟ ਏਮਪਲੋਇਮੈਂਟ ਜਿਹਨੂੰ ਆਪਾਂ ਕਹਿੰਦੇ ਆ, ਕੋਈ ਟੈਂਪੂ ਵਾਲਾ ਵੀ ਹੋ ਗਿਆ, ਰਿਕਸ਼ੇ ਵਾਲਾ ਵੀ ਹੋ ਗਿਆ, ਉਹ ਵੀ ਸਾਡੇ ਨਾਲ ਜੁੜਿਆ, ਉਹ ਵੀ ਸਾਡਾ ਇੱਕ ਭਰਾ ਹੀ ਸਮਝ ਲਓ ਹੈਗਾ ਜਿਹੜਾ ਸਾਡੇ ਨਾਲ ਮੋਢਾ ਮਿਲਾ ਰਿਹਾ ਤੇ 15 ਲੱਖ ਬੰਦਾ ਇਫੈਕਟ ਹੋ ਰਿਹਾ। ਇੱਕ ਆਮ ਦਿਹਾੜੀਦਾਰ ਬੰਦਾ 400 ਰੁਪਏ ਦਿਹਾੜੀ ਅੱਜ ਦੀ ਰੇਟ 'ਚ ਰੇਟ ਚੱਲ ਰਿਹਾ, ਤੁਸੀਂ ਚਾਹੇ ਜਿੱਥੇ ਮਰਜ਼ੀ ਜਾ ਕੇ ਪਤਾ ਕਰ ਲਓ ਤੇ 15 ਲੱਖ ਨੂੰ 400 ਨਾਲ ਗੁਣੇ ਕਰ ਲਓ ਤਾਂ ਦੈਟ ਮੀਨਸ ਉਹਦੇ ਹਿਸਾਬ ਨਾਲ 60 ਕਰੋੜ ਦਾ ਰੋਜ਼ ਦਾ ਇੱਕ ਨੁਕਸਾਨ ਉਹ ਹੋ ਰਿਹਾ ਸਰ। ਫਿਰ ਅਸੀਂ ਐਕਸਪੈਕਟ ਕਰੀਏ ਵੀ ਇੱਕ ਇੰਡਸਟਰੀ ਦਾ ਮਿਨੀਮਮ ਜਿਹੜਾ ਸੇਲਸ ਹੈਗੀ ਹੈ ਐਵਰੀ ਡੇ ਦੀ, ਉਹਦਾ ਜਿੰਨਾ GST ਦਾ ਰੈਵਨਿਊ ਹੈਗਾ 20 ਕਰੋੜ ਰੁਪਏ ਦਾ ਇੰਡਸਟਰੀ ਨੂੰ ਨੁਕਸਾਨ ਔਰ 20 ਕਰੋੜ ਰੁਪਏ ਦਾ ਘੱਟੋ ਘੱਟ ਪ੍ਰੋਫਿਟੇਬਿਲਟੀ ਦੇ ਵਿੱਚ, ਮੈਂ ਕਹਿ ਰਿਹਾ ਨਾਟ ਸੇਲਸ ਦੇ ਵਿੱਚ 20 ਕਰੋੜ ਦਾ ਹੀ ਜਿਹੜਾ ਨੁਕਸਾਨ ਹੈਗਾ ਉਹ ਸਾਡੇ ਇੰਡਸਟਰੀ ਨੂੰ ਤੇ GST ਲਾਸ ਵੀ ਹੋ ਰਿਹਾ। ਹੁਣ ਜੇ ਆਪਾਂ 20 ਕਰੋੜ GST ਦਾ ਲਾਸ ਗਿਣ ਲਈਏ ਤੇ ਮੇਰੇ ਖਿਆਲ ਨਾਲ ਜਲੰਧਰ ਨੂੰ 6 ਲੱਖ ਵੈਕਸੀਨ ਰੋਜ਼ ਦੀ ਫ੍ਰੀ ਮਿਲ ਸਕਦੀ ਹੈ ਜੇ ਇੰਡਸਟਰੀ ਚੱਲਣ ਦੇ ਲਈ ਅਲਾਉ ਕਰਤੀ। ਸੋ ਇਹ ਸਾਰੇ ਆંકੜੇ ਜਿਹੜੇ ਹੈਗੇ ਜੇ ਆਪਾਂ ਕੰਸੀਡਰ ਕਰਦੇ ਆ ਤੇ ਗਵਰਨਮੈਂਟ ਦਾ ਆਪਣਾ ਹੀ ਕਹਿਣਾ ਸੀਗਾ। ਇਜ਼ਰਾਈਲ ਦੇ ਪ੍ਰੈਜ਼ੀਡੈਂਟ ਨੂੰ ਮੈਂ ਕੋਟ ਕਰਨਾ ਚਾਹੂੰਗਾ ਕਿ ਇਟ ਇਜ਼ ਬੈਟਰ ਟੂ ਗਿਵ ਫ੍ਰੀ ਵੈਕਸੀਨੇਸ਼ਨ, ਅਸੀਂ ਵੈਕਸੀਨ ਫ੍ਰੀ ਦੇ ਦਈਏ ਲੋਕਡਾਊਨ ਲਾਉਣ ਨਾਲੋਂ ਜ਼ਿਆਦਾ ਵਧੀਆ। ਤੇ ਹੁਣ ਉਹੀ ਗੱਲ ਸਿਚੁਏਸ਼ਨ ਇੱਥੇ ਵੀ ਆਉਂਦੀ ਹੈ ਸਰ ਕਿ ਇੱਕ ਲੋਕਡਾਊਨ ਕਰਨ ਨਾਲ ਸਰਕਾਰ ਨੂੰ ਫਿਕਸ ਚਾਰजेस ਦਾ ਵੀ ਲਾਸ ਹੈ ਔਰ ਸਾਡੇ ਇੰਡਸਟਰੀਅਲ ਦਾਇਰਿਆਂ ਨੂੰ ਵੀ ਲਾਸ ਹੈ ਔਰ ਸਭ ਤੋਂ ਜ਼ਿਆਦਾ ਜਿਹੜਾ ਇੱਕ ਸ਼ਰਮਿਕ ਹੈ ਜਿਹੜਾ ਦਿਹਾੜੀ ਦੇ ਕੰਮ ਕਰਦਾ ਹੈ, ਆਟੋ ਵਾਲਾ ਹੈ, ਉਹਨਾਂ ਨੇ ਲੋਕਡਾਊਨ 'ਚ ਸਬਜ਼ੀ ਵੇਚਣੀ ਸ਼ੁਰੂ ਕਰਤੀ। ਸਾਡੀ ਹਮਦਰਦੀ ਉਹਨਾਂ ਨਾਲ ਵੀ ਉਨੀ ਹੈ ਜਿੰਨੀ ਸਾਡੀ ਆਪਣੇ ਉਦਯੋਗਿਕ ਭਰਾਵਾਂ ਨਾਲ ਹੈਗੀ ਹੈ। ਸੋ ਇਹ ਇੱਕ ਬੇਸਿਕ ਫੰਡਾਮੈਂਟਲ ਫਿਗਰਸ ਹੈਗੀ ਜਿਹੜੀ ਮੈਂ ਤੁਹਾਨੂੰ ਕੋਟ ਕਰ ਰਿਹਾ ਸਰ। ਠੀਕ ਹੈ ਜੀ। ਤਾਂ ਅਸੀਂ ਡਿਟੇਲ ਦੇ ਵਿੱਚ ਗੱਲਬਾਤ ਕਰ ਰਹੇ ਹੈਗੇ ਆ ਕਿ ਇਹ ਜਿਹੜੇ ਨਿਰਦੇਸ਼ ਜਾਂ ਜਿਹੜੀ ਅਪੀਲ ਕੀਤੀ ਗਈ ਹੈ PSPCL ਦੇ ਵੱਲੋਂ ਉਦਯੋਗਾਂ ਨੂੰ, ਉਹਨਾਂ ਦਾ ਅਸਰ ਕੀ ਹੋ ਰਿਹਾ ਹੈ। ਗੱਲਬਾਤ ਨੂੰ ਰੋਕਦੇ ਆ, ਬ੍ਰੇਕ ਦਾ ਵੇਲਾ ਹੋ ਗਿਆ। ਬ੍ਰੇਕ ਤੋਂ ਬਾਅਦ ਵੀ ਸਾਡੀ ਜਿਹੜੀ ਚਰਚਾ ਇਸੇ ਤਰੀਕੇ ਨਾਲ ਜਾਰੀ ਹੈ। ਸਵਾਗਤ ਹੈ। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਗੱਲਬਾਤ ਕਰ ਰਹੇ ਹਾਂ ਬਿਜਲੀ ਸੰਕਟ ਦਰਮਿਆਨ ਜੂਝ ਰਹੇ ਪੰਜਾਬ ਦੇ ਉਦਯੋਗਿਕ ਘਰਾਣਿਆਂ ਦੇ ਨਾਲ ਕੀ ਉਦਯੋਗਾਂ ਦਾ ਇਸ ਵਕਤ ਹਾਲਾਤ ਕੀ ਹੈਗਾ। ਦੁਬਾਰਾ ਚਰਚਾ ਸ਼ੁਰੂ ਕਰਦੇ ਹਾਂ। ਪਸੀਨ ਸਾਹਿਬ, ਪੰਜਾਬ ਦੇ ਇੰਡਸਟਰੀਅਲਿਸਟਾਂ ਦਾ ਹਮੇਸ਼ਾ ਹੀ ਰੋਸਾ ਰਿਹਾ ਕਿ ਜਿਹੜੇ ਗੁਆਂਢੀ ਸਟੇਟ ਹੈਗੇ ਨੇ ਉਹਨਾਂ ਦੇ ਕੰਪੈਰੇਟਿਵਲੀ ਸਾਨੂੰ ਜਿਹੜੇ ਹੈ ਰਾਹਤ ਪੈਕੇਜ ਜਿਹੜੇ ਹੈਗੇ ਆ ਨਹੀਂ ਮਿਲ ਰਹੇ। ਅਸੀਂ ਬਾਰਡਰ ਸਟੇਟ ਤੇ ਪਹਿਲਾਂ ਹੀ ਹੈਗੇ, ਪੰਜਾਬ ਬਾਰਡਰ 'ਚ ਬੈਠੇ, ਸਾਨੂੰ ਕੋਈ ਰਾਹਤ ਪੈਕੇਜ ਤਾਂ ਕੋਈ ਮਿਲਦਾ ਨਹੀਂ ਕਿਤੋਂ। ਅਸੀਂ ਆਪਣੇ ਦਮ ਤੇ ਇੰਡਸਟਰੀ ਚਲਾਉਂਦੇ ਹਾਂ, ਕੋਈ ਸਾਨੂੰ ਰਾਹਤ ਵੀ ਨਹੀਂ ਹੈਗੀ। 5 ਰੁਪਏ ਦਾ ਸਾਡੇ ਨਾਲ ਵਾਅਦਾ ਕਰਕੇ ਸਾਨੂੰ ਇਲੈਕਟ੍ਰਿਸਿਟੀ ਵੀ ਮਹਿੰਗੀ ਮਿਲ ਰਹੀ ਹੈ, ਅਸੀਂ ਫਿਰ ਵੀ ਕੰਮ ਕਰ ਰਹੇ ਹਾਂ, ਆਪਣੇ ਦਮ ਤੇ ਇੰਡਸਟਰੀ ਚਲਾ ਰਹੇ ਹਾਂ। ਪੰਜਾਬ ਤੋਂ ਬਾਹਰ ਅਸੀਂ ਆਪਣਾ
ਆਪਣਾ ਸਾਰਾ ਮਟੀਰੀਅਲ ਸਪਲਾਈ ਕਰਦੇ ਹਾਂ, ਵੇਚਦੇ ਹਾਂ। ਤੇ ਜੇ ਅਸੀਂ ਸਾਨੂੰ ਹੁਣ ਇਲੈਕਟ੍ਰਿਸਿਟੀ ਨਹੀਂ ਮਿਲੇਗੀ, ਸਾਡੇ ਕੰਮ ਬੰਦ ਹੋਣਗੇ, ਲੇਬਰ ਤਾਂ ਵਿਹਲੀ ਹੋਏਗੀ, ਸਾਰਾ ਪੰਜਾਬ ਦਾ ਸਿਸਟਮ ਵਿਗੜੇਗਾ, ਅਲਟੀਮੇਟਲੀ ਅਸੀਂ ਕੰਪੀਟੀਸ਼ਨ 'ਚੋਂ ਬਾਹਰ ਹੋ ਜਾਵਾਂਗੇ। ਜਿਹੜੇ ਸਾਡੇ ਐਕਸਪੋਰਟਰਸ ਹੈ, ਐਕਸਪੋਰਟ ਕਰਦੇ ਆ, ਜੇ ਅਸੀਂ ਸਪਲਾਈ ਨਹੀਂ ਕਰਾਂਗੇ ਤੇ ਐਕਸਪੋਰਟਰਸ ਕੋ ਹੋਰ ਆਪਸ਼ਨਸ ਇੰਪੋਰਟਰਸ ਕੋ ਹੈਗੀਆਂ, ਉਹ ਹੋਰ ਸੂਬਿਆਂ ਤੋਂ ਪਰਚੇਜ਼ ਕਰ ਲੈਣਗੇ। ਜਾਂ ਅਸੀਂ ਜਿੰਨਾ OEMs ਨਾਲ ਕੰਮ ਕਰਦੇ ਹੈਗੇ ਆ ਪੰਜਾਬ ਦੇ ਵਿੱਚ, ਜਿਹੜੇ ਸਪਲਾਈ ਕਰਦੇ ਹੈਗੇ, ਤੇ ਉਹਨਾਂ ਨੇ ਵੀ ਹੋਰ ਸਟੇਟਾਂ ਤੋਂ ਪਰਚੇਜ਼ ਕਰਨੀ ਸ਼ੁਰੂ ਕਰ ਦੇਣੀ। ਅਲਟੀਮੇਟਲੀ ਜਿਹੜਾ ਲਾਸ ਹੈ ਬਹੁਤ ਲੰਬਾ ਹੋ ਜਾਏਗਾ। ਇਹ ਨਹੀਂ ਹੈਗਾ ਵੀ ਜਿਹੜਾ ਸ਼ਾਰਟ ਟਰਮ ਦਾ ਲਾਸ ਹੋਏਗਾ। ਇਹਦੇ ਜਿਹੜੇ ਕੰਸੀਕੁਐਂਸਿਸ ਬਹੁਤ ਲੰਬੇ ਸਾਨੂੰ ਭੁਗਤਣੇ ਪੈਣਗੇ। ਇੰਡਸਟਰੀ ਦਾ ਕੱਟ ਦਾ ਮਤਲਬ ਇਹ ਹੈਗਾ ਕਿ ਪੰਜਾਬ ਦੀ ਇਕਨੋਮੀ ਖਤਮ ਹੋ ਜਾਏਗੀ, ਕਿਉਂਕਿ ਜਿਹੜਾ PSPCL ਹੈਗਾ, ਉਹਨਾਂ ਨੇ ਇੰਨੀ ਜ਼ਿਆਦਾ ਮਿਸਮੈਨੇਜਮੈਂਟ ਕੀਤੀ ਹੈਗੀ ਹੈ ਵੀ ਇੰਡਸਟਰੀ ਬਾਰੇ ਸੋਚਿਆ ਹੀ ਨਹੀਂ। ਜੇ ਬਾਕੀ ਸਾਡੇ ਗੁਆਂਢੀ ਸੂਬੇ ਜਿੱਥੇ ਪੈਡੀ ਸੀਜ਼ਨ ਵੀ ਹੈ, ਜਿੱਥੇ ਗਰਮੀ ਵੀ ਪੈ ਰਹੀ ਹੈ, ਜੋ ਉਹ ਮੈਨੇਜ ਕਰ ਸਕਦੇ ਤੇ ਇਹਨਾਂ ਨੇ ਕਿਉਂ ਮੈਨੇਜ ਨਹੀਂ ਕੀਤਾ? ਜਿਹੜੇ ਇਹਦੇ ਵਿੱਚ ਜਿਹੜੇ ਹੈਗੇ ਕਸੂਰਵਾਰ ਲੋਕ ਆ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਅੱਛਾ ਜੁਨੇਜਾ ਸਾਹਿਬ, ਇੱਕ ਚੀਜ਼ ਦੱਸਿਓ, ਜਿਵੇਂ ਭਸੀਨ ਸਾਹਿਬ ਨੇ ਵੀ ਗੱਲ ਕੀਤੀ ਹੈ, ਬਾਕੀ ਤੁਹਾਡੇ ਸਾਥੀਆਂ ਨੇ ਵੀ ਗੱਲ ਕੀਤੀ ਹੈ ਕਿ ਰਾ ਮਟੀਰੀਅਲ ਨਹੀਂ ਮਿਲ ਰਿਹਾ, ਇੰਡਸਟਰੀ ਜਦੋਂ ਦੂਜੀਆਂ ਇੰਡਸਟਰੀਆਂ ਬੰਦ ਹੋਈਆਂ ਪਈਆਂ ਨੇ ਪੰਜਾਬ ਦੀਆਂ, ਤਾਂ ਫਿਰ ਕੰਪੀਟੀਸ਼ਨ ਦਾ ਦੌਰ ਹੈਗਾ ਆ। ਜਿਹੜੀਆਂ ਦੂਸਰੀਆਂ ਸਟੇਟਸਾਂ ਨਾਲ ਅਸੀਂ ਕਿਵੇਂ ਕੰਪੀਟ ਕਰ ਲਾਂਗੇ? ਜਿਹੜੇ ਤੁਹਾਡੇ ਆਰਡਰਸ ਨੇ ਉਹ ਵੀ ਫਿਰ ਇਫੈਕਟ ਹੋਣਗੇ ਪੂਰੀ ਤਰ੍ਹਾਂ? ਬਹੁਤ ਬੁਰੀ ਤਰ੍ਹਾਂ ਨਾਲ ਇਫੈਕਟ ਹੋਣਗੇ ਜੀ। ਅੱਗੇ ਹੀ ਆਲਰੇਡੀ ਕੋਵਿਡ ਤੋਂ ਬਾਅਦ ਆਲਮੋਸਟ ਸਾਰੀ ਇੰਡਸਟਰੀਜ਼ ਦੇ ਰॉ ਮਟੀਰੀਅਲ 'ਚ ਬਹੁਤ ਜ਼ਿਆਦਾ ਇਜ਼ਾਫਾ ਹੋ ਗਿਆ। ਉਹਦੇ ਅਲੱਗ ਵੱਖ-ਵੱਖ ਕਾਰਨ ਨੇ, ਉਹਨਾਂ ਵਿੱਚ ਆਪਾਂ ਨਹੀਂ ਜਾਂਦੇ ਹੋਏ, ਆਪਾਂ ਹੁਣ PSPCL ਤੇ ਹੀ ਰਵਾਂਗੇ। ਆਲਰੇਡੀ ਜਿਹੜੀ ਸਾਡੀ ਇੰਟਰਨੈਸ਼ਨਲ ਮਾਰਕੀਟ ਵਿੱਚ ਕੰਪੀਟੀਸ਼ਨ ਅਸੀਂ ਨਹੀਂ ਕਰ ਪਾ ਰਹੇ। ਹੁਣ ਜਦੋਂ ਇਹ ਲਾਈਟ ਦਾ ਸੰਕਟ ਸਾਡੇ ਉੱਪਰ ਆ ਗਿਆ, ਜਿਹੜੀਆਂ ਇੰਟਰਨੈਸ਼ਨਲ ਮਾਰਕੀਟ 'ਚ ਅਸੀਂ ਐਕਸਪੋਰਟ ਕਰਨਾ ਹੁੰਦਾ ਹੈ, ਉਹ ਸਾਡੇ ਟਾਈਮ ਬਾਉਂਡ ਹੁੰਦੇ ਹੈ। ਅਸੀਂ ਉਹਨਾਂ ਨੂੰ ਟਾਈਮ ਬਾਉਂਡ ਉਹ ਮਾਲ ਪਹੁੰਚਾਉਣਾ ਹੁੰਦਾ ਹੈ। OEM 'ਚ ਜਿਹੜੇ ਮਾਲ ਜਾਂਦੇ ਉਹ ਟਾਈਮ ਬਾਉਂਡ ਪਹੁੰਚਾਣੇ ਹੁੰਦੇ ਹੈ। ਅਗਰ ਉਹ ਨਹੀਂ ਪਹੁੰਚਾ ਪਾਵਾਂਗੇ, ਆਰਡਰ ਸਾਡੇ ਕੈਂਸਲ ਹੋ ਜਾਣਗੇ। ਆਲਰੇਡੀ ਬਹੁਤ ਸਾਰੇ ਐਕਸਪੋਰਟਰਸ ਦੇ ਆਰਡਰ ਕੋਵਿਡ ਦੇ ਟਾਈਮ ਵਿੱਚ ਕੈਂਸਲ ਹੋ ਗਏ ਸੀਗੇ। ਹੁਣ ਅਗਰ ਇਹ ਬਿਜਲੀ ਅਗਰ ਨਹੀਂ ਦੇਣਗੇ ਤਾਂ ਅੱਗੇ ਫਰਦਰ ਆਰਡਰਸ ਹੋਰ ਕੈਂਸਲ ਹੋ ਜਾਣਗੇ। ਆਲਰੇਡੀ ਬਹੁਤ ਸਾਰੀ ਇੰਡਸਟਰੀ ਹਿਮਾਚਲ ਵਿੱਚ, ਪੰਜਾਬ ਤੋਂ ਹਿਮਾਚਲ ਵਿੱਚ, ਹੋਰ ਬਹੁਤ ਸਾਰੀਆਂ ਸਟੇਟਾਂ ਵਿੱਚ ਸ਼ਿਫਟ ਹੋ ਗਈ ਹੈ। ਜਿਸ ਤਰ੍ਹਾਂ ਸਪੋਰਟਸ ਇੰਡਸਟਰੀ, ਬੈਟ ਬਣਾਉਣ ਵਾਲੇ ਬਹੁਤ ਸਾਰੇ ਯੂਨਿਟ ਮੇਰਠ ਵਿੱਚ ਚਲੇ ਗਏ ਨੇ। ਇਹ ਸਰਕਾਰ ਦੀਆਂ ਗਲਤ ਨੀਤੀਆਂ, ਗਲਤ ਪਾਲਿਸੀਜ਼ ਔਰ ਇੰਡਸਟਰੀ ਵੱਲ ਬਿਲਕੁਲ ਵੀ ਧਿਆਨ ਨਾ ਦੇਣ ਦੀ ਪਾਲਿਸੀ ਹੈ। ਜਦਕਿ ਇੰਡਸਟਰੀ ਸਰਕਾਰ ਨੂੰ ਸਭ ਤੋਂ ਜ਼ਿਆਦਾ ਰੈਵਨਿਊ ਦਿੰਦੀ ਹੈ। ਪੰਜਾਬ ਇੱਕ ਐਗਰੀਕਲਚਰ ਇਕਨੋਮੀ ਹੈ। 80% ਜਾਂ 70% ਐਗਰੀਕਲਚਰ ਹੈ ਜੋ ਕਿ ਟੈਕਸ ਫ੍ਰੀ ਹੈ। 30% ਇੰਡਸਟਰੀ ਟੈਕਸ ਦੇ ਰਹੀ ਹੈ ਔਰ ਇੰਡਸਟਰੀ ਦਾ ਹੀ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ। ਜਦਕਿ ਹਰਿਆਣਾ ਨੇਬਰਿੰਗ ਸਟੇਟ, ਸੇਮ ਵੈਦਰ ਕੰਡੀਸ਼ਨ ਸੇਮ ਹੈ, ਸੇਮ ਪੈਡੀ ਲੱਗਦੀ ਹੈ, ਉੱਥੇ ਬਿਜਲੀ ਦੀ ਕੋਈ ਵੀ ਸ਼ਾਰਟੇਜ ਨਹੀਂ ਹੈ। ਸਾਡੀ ਸਰਕਾਰ ਨੂੰ ਇਹੀ ਅਪੀਲ ਹੈ ਕਿ ਚਲੋ ਹੁਣ ਤਾਂ ਪਤਾ ਨਹੀਂ ਇਹ ਕਰ ਪਾਉਣਗੇ ਜਾਂ ਨਹੀਂ ਕਰ ਪਾਉਣਗੇ, ਬਟ ਆਉਣ ਵਾਲੇ ਸਾਲਾਂ ਵਿੱਚ ਇਸ ਚੀਜ਼ ਦਾ ਧਿਆਨ ਰੱਖਿਆ ਜਾਏ। ਅੱਛਾ ਸਰ, ਤੁਸੀਂ ਕੀ ਸਮਝਦੇ ਹੋ, ਜਿਵੇਂ PSPCL ਨੂੰ ਆਪਾਂ ਕਹਿੰਦੇ ਕਿ ਉਹਨਾਂ ਦੀ ਮਿਸਮੈਨੇਜਮੈਂਟ ਹੈ, ਕਿਤੇ ਨਾ ਕਿਤੇ ਸਰਕਾਰ ਦਾ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਕਿ ਚੈੱਕ ਰੱਖੇ ਜਾਣਾ ਸਮੇਂ ਸਿਰ, ਸਾਰਾ ਅਗਾਊਂ ਪ੍ਰਬੰਧ ਕਰਕੇ ਰੱਖਣੇ, ਜਿਹਨਾਂ ਨੂੰ ਆਪਾਂ ਐਡਵਾਂਸ ਮੈਨੇਜਮੈਂਟ ਆਪਾਂ ਕਹਿੰਦੇ ਆ, ਕਿ ਜੇਕਰ ਉਹ ਸਰਕਾਰ ਨੇ ਪ੍ਰੋਪਰਲੀ ਚੈੱਕ ਰੱਖਿਆ ਹੁੰਦਾ ਤਾਂ ਹੋ ਸਕਦਾ ਅਜਿਹੇ ਹਾਲਾਤ ਹੀ ਨਾ ਬਣਦੇ। ਸਰਕਾਰ ਦੀ ਪੂਰੀ ਅਣਗਹਿਲੀ ਹੈ। CM ਸਾਹਿਬ ਨੇ ਆਪਣੇ ਕੋਲ ਇੰਨੇ ਸਾਰੇ ਮਹਿਕਮੇ ਰੱਖੇ ਹੈ। ਘੱਟੋ ਘੱਟ ਬਿਜਲੀ ਵਰਗਾ ਮੇਨ ਮਹਿਕਮਾ ਇੱਕ ਅਲੱਗ ਮੰਤਰੀ ਅਪੁਆਇੰਟ ਕਰਦੇ ਜਾਂ ਕਿਸੇ ਅਫਸਰ ਦੀ ਡਿਊਟੀ ਫਿਕਸ ਕਰਦੇ ਜਿਹੜਾ ਉਹਨਾਂ ਨੂੰ ਚੈੱਕ ਕਰਦਾ। ਇਹਨਾਂ ਨੇ IAS ਅਫਸਰ ਅਪੁਆਇੰਟ ਕਰਤੇ, ਉਹਨਾਂ ਉੱਪਰ ਚੈੱਕ ਕੋਈ ਨਹੀਂ ਹੈ। ਉਹ ਆਪਣੀ ਮਨਮਰਜ਼ੀ ਕਰਕੇ, ਉਹਨਾਂ ਨੇ ਪਿਛਲੇ ਸਾਲ ਸਾਨੂੰ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਬਿਜਲੀ ਵੇਚਾਂਗੇ। ਜੋ ਇਦਾਂ ਦੀ ਗੱਲਾਂ ਕਰ ਰਹੇ ਸੀ, ਸਾਡੇ ਦਿਮਾਗ ਤਾਂ ਇਹੀ ਸੀਗਾ ਨਾ ਕਿ ਇੰਡਸਟਰੀ ਕੋਲ ਬਿਜਲੀ ਪੂਰੀ ਹੈ। ਸਾਡੇ ਹੁਣ ਜਿਹੜੀ ਨਵੀਂ ਮਸ਼ੀਨਰੀ ਆ ਰਹੀ ਹੈ ਉਹ ਸਾਰੀ ਹਾਈ ਇੰਟੈਂਸਿਵ ਪਾਵਰ ਯੂਜ਼ ਕਰਦੀ ਹੈ। ਜਦੋਂ ਆਪਾਂ ਟੈਕਨੋਲੋਜੀ ਵਧਾਉਣ ਵੱਲ ਜਾਂਦੇ ਹਾਂ, ਕਹਿੰਦੇ ਜੀ ਇਨਵੈਸਟ ਪੰਜਾਬ ਸਕੀਮ ਲਿਆ ਰਹੇ ਆ, ਨਵੀਆਂ ਫੈਕਟਰੀਆਂ ਹੋਰ ਲਾਓ ਜੀ ਵੱਡੀਆਂ। ਅਜਿਹੇ 'ਚ ਕਿਵੇਂ ਇਨਵੈਸਟ ਰਹੂਗਾ ਪੰਜਾਬ? ਆਪਾਂ ਪੁਰਾਣੀਆਂ ਫੈਕਟਰੀਆਂ ਅੱਜ ਵਿਹਲੇ ਬਿਠਾ ਕੇ ਆਪਾਂ ਘਰ ਵਰਕਰ ਭੇਜਤੇ ਆਪਣੇ। ਆ ਸਾਰੇ ਇੰਡਸਟਰੀਜ਼ ਇੱਥੇ ਆਪਣਾ ਕੰਮ ਛੱਡ ਕੇ ਵਿਹਲੇ ਬੈਠੇ ਆ। ਸਾਡਾ 2.5-3 ਲੱਖ ਬੰਦਾ ਘਰ ਬੈਠਾ। ਜੇ ਉਹਨਾਂ ਨੂੰ ਰੋਜ਼ਗਾਰ ਨਹੀਂ ਦੇਵਾਂਗੇ, ਜੇ ਉਹ ਚਲੇ ਗਏ ਤਾਂ ਅਸੀਂ ਇੰਡਸਟਰੀ ਕਿੱਥੋਂ ਚਲਾਵਾਂਗੇ? ਪੰਜਾਬ ਦੀ ਦੇਖੋ ਇੰਡਸਟਰੀ ਆਪਣੇ ਦਮ ਤੇ ਕੰਮ ਕਰ ਰਹੀ ਹੈ, ਸਰਕਾਰ ਵੱਲੋਂ ਕੋਈ ਸਪੋਰਟ ਨਹੀਂ ਹੈ। ਸਾਨੂੰ 98% ਰॉ ਮਟੀਰੀਅਲ ਜਿਹੜਾ ਦੂਜੀ ਸਟੇਟਾਂ ਤੋਂ ਮੰਗਾਉਣਾ ਪੈਂਦਾ, ਸਾਨੂੰ ਭਾੜਾ ਵੀ ਪੈਂਦਾ। ਅਸੀਂ ਇੱਥੋਂ ਜਿਹੜਾ ਮਾਲ ਭੇਜਦੇ ਹਾਂ ਉਹ ਦੂਜੀ ਸਟੇਟਾਂ ਨੂੰ ਭੇਜਦੇ ਹਾਂ, ਆਪਣੇ ਪੰਜਾਬ ਦਾ ਨਾਮ ਬਾਹਰ ਖੜਾ ਕਰਦੇ ਹਾਂ। ਪਰ ਸਰਕਾਰ ਇਸ ਚੀਜ਼ ਨੂੰ ਨਹੀਂ ਦੇਖਦੀ। ਉਹ ਦੇਖਦੇ ਸਭ ਤੋਂ ਸੌਫਟ ਹੈਂਡ ਕੀ ਹੈ, ਜਦੋਂ ਕੋਈ ਮੁਸੀਬਤ ਆਈ ਇੰਡਸਟਰੀ ਦਾ ਗਲਾ ਘੁੱਟ ਦਿਓ। ਜਿਵੇਂ ਜੈਨ ਸਾਹਿਬ ਨੇ ਵੀ ਆਖਿਆ ਸੀਗਾ ਕਿ ਕਰੋੜਾਂ ਦਾ ਜਿਹੜਾ GST ਰੋਜ਼ਾਨਾ ਸਰਕਾਰ ਨੂੰ ਜਾਂਦਾ, ਉਹ ਵੀ ਸਿੱਧੇ ਤੌਰ ਤੇ ਸਰਕਾਰ ਦੇ ਖਜ਼ਾਨੇ 'ਤੇ ਸਿੱਧਾ ਉਸਦਾ ਅਸਰ ਪੈਂਦਾ। ਜੇਕਰ ਇੰਡਸਟਰੀ ਨਹੀਂ ਚੱਲੇਗੀ, ਜੇਕਰ ਸਾਰਾ ਕੁਝ ਬੰਦ ਰਹੇਗਾ, ਜੇਕਰ ਲੈਣ ਦੇਣ ਨਹੀਂ ਹੋਏਗਾ, ਕੋਈ ਮਟੀਰੀਅਲ ਨਹੀਂ ਜਾਏਗਾ, ਮਟੀਰੀਅਲ ਸੇਲ ਨਹੀਂ ਹੋਏਗੀ, ਪਰਚੇਜ਼ ਨਹੀਂ ਹੋਏਗੀ, ਤਾਂ GST ਸਿੱਧਾ ਉਸਦਾ ਅਸਰ ਸਰਕਾਰ ਦੇ ਉੱਤੇ ਪੈਂਦਾ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਸਿੱਧੂ ਸਾਹਿਬ, ਜਿਵੇਂ ਹੁਣ ਹਾਲਾਤ ਬਣੇ ਹੈਗੇ ਨੇ, ਜੇਕਰ ਆਪਾਂ ਪਿਛਲੇ ਸਾਲਾਂ 'ਤੇ ਨਜ਼ਰ ਮਾਰੀਏ ਤਾਂ ਪਹਿਲਾਂ ਪਿਛਲੀਆਂ ਸਰਕਾਰਾਂ ਦੀ ਗੱਲ ਕਰ ਰਹੀਏ, 10 ਸਾਲ ਸਰਕਾਰ ਰਹੀ ਹੈਗੀ ਹੈ, ਜਾਂ ਉਸ ਦੌਰਾਨ ਕਿਵੇਂ ਦੇ ਹਾਲਾਤ ਸੀਗੇ? ਇਸ ਤਰੀਕੇ ਦੀ ਬਣੀ ਸੀ ਗੱਲ ਕਦੇ, ਜਾਂ ਹੁਣ ਜਿਹੜੇ ਇੱਕਦਮ ਹਾਲਾਤ ਜਿਹੜੇ ਬਣ ਗਏ ਹੈਗੇ ਨੇ? ਇਸ ਤਰ੍ਹਾਂ 10 ਸਾਲ ਪਹਿਲਾਂ ਜਿਹੜੀ ਸਰਕਾਰ ਸੀਗੀ, ਉਹਨਾਂ ਦੇ ਸਟਾਰਟ ਵਿੱਚ ਇਦਾਂ ਦੇ ਹਾਲਾਤ ਜ਼ਰੂਰ ਬਣੇ ਸੀਗੇ। ਅਸੀਂ ਐਜੀਟੇਸ਼ਨ ਵੀ ਕੀਤੀਆਂ ਸੀ, ਅਸੀਂ ਸਰਕਾਰ CM ਉਧਰਲੇ ਜਿਹੜੇ ਸੀ ਉਹਨਾਂ ਨੂੰ ਮਿਲੇ ਵੀ ਸੀਗੇ, ਲੇਕਿਨ ਟਾਈਮ ਨਿਕਲਦੇ ਬਿਜਲੀ ਦੇ ਇੰਤਜ਼ਾਮ ਹੋ ਗਏ ਸੀਗੇ। ਔਰ ਪਿਛਲੇ 8 ਸਾਲਾਂ ਤੋਂ ਤਾਂ ਅਸੀਂ ਕੋਈ ਕੱਟ ਨਹੀਂ ਦੇਖਿਆ ਕਿ ਬਿਜਲੀ ਦਾ ਕੋਈ ਕੱਟ ਲੱਗਾ ਹੋਵੇ, ਬਲਕਿ ਸਾਨੂੰ ਰਾਤ ਨੂੰ
ਔਰ ਪ੍ਰਮੋਟ ਕਰਦੇ ਸੀ ਕਿ ਤੁਸੀਂ ਬਿਜਲੀ ਰਾਤ ਨੂੰ ਚਲਾਓ, ਤੁਹਾਨੂੰ 1 ਰੁਪਈਆ 1.5 ਰੁਪਏ ਯੂਨਿਟ ਅਸੀਂ ਸਸਤੀ ਦੇਵਾਂਗੇ, ਸਾਡੇ ਕੋਲ ਬਿਜਲੀ ਸਰਪਲਸ ਹੈਗੀ ਹੈ। ਔਰ ਫਿਰ ਸਾਨੂੰ ਇਹ ਵੀ ਕਿਹਾ ਗਿਆ ਸੀ 1-2 ਵਾਰੀ ਬੁਲਾ ਕੇ ਕਿ ਤੁਸੀਂ ਜਿੰਨਾ ਤੁਹਾਡਾ ਕਨੈਕਸ਼ਨ ਆਲਰੇਡੀ ਚੱਲਦਾ ਹੈ, ਅਗਰ ਕਿਸੇ ਦਾ 500 ਕਿਲੋਵਾਟ ਚੱਲਦਾ ਉਹ 1000 ਕਿਲੋਵਾਟ ਯੂਜ਼ ਕਰੇਗਾ ਤੇ ਉਹਨੂੰ 500 ਤੋਂ ਲੈ ਕੇ 1000 ਤੱਕ ਜਿਹੜਾ ਅਗਲਾ 500 ਯੂਜ਼ ਕਰੇਗਾ ਉਹਦੀ ਬਿਜਲੀ ਤੁਹਾਨੂੰ 4 ਰੁਪਏ 85 ਪੈਸੇ ਦੇਵਾਂਗੇ, 5 ਰੁਪਏ ਤੋਂ ਵੀ ਘੱਟ ਦੇਵਾਂਗੇ। ਇਹ ਪਿਛਲੀ ਸਰਕਾਰ ਦੀ ਗੱਲ ਸੀ। ਸੋ ਹੁਣ ਇਹ ਕੀ ਪਲੈਨਿੰਗ ਹੋ ਗਈ ਜਾਂ ਉਹਨਾਂ ਨੇ ਕੀ ਕਰ ਦਿੱਤਾ, ਇਹ ਪੋਲੀਟੀਕਲ ਮਾਮਲੇ 'ਚ ਅਸੀਂ ਨਹੀਂ ਜਾਂਦੇ। ਸਾਨੂੰ ਇਹ ਪਤਾ ਕਿ ਬਿਜਲੀ ਕੁਝ ਪੰਜਾਬ 'ਚ ਬਣਦੀ ਹੈ, ਕੁਝ ਬਾਹਰੋਂ ਖਰੀਦਦੇ ਆ। ਜੇ ਹੁਣ ਇੰਡਸਟਰੀ ਦਾ ਗਲਾ ਘੁੱਟਿਆ ਗਿਆ, ਇਹ ਇਸ ਵਜ੍ਹਾ ਸਟੈਪ ਕੀਤਾ ਕਿ ਪਹਿਲਾਂ ਹੀ ਸਾਡੇ ਕੋਲ ਇੰਤਜ਼ਾਮ ਘੱਟ ਆ ਤੇ ਪੈਸੇ ਇਹਨਾਂ ਨੇ ਗਵਾ ਲੈਣੇ, GST ਗਵਾ ਲਿਆ ਤੇ ਫਿਰ ਬਿਜਲੀ ਹੋਰ ਕਿੱਥੋਂ ਖਰੀਦਣੀ ਹੈ। ਇਹ ਹੋਰ ਜ਼ਿਆਦਾ ਖਾਈ ਵਿੱਚ ਨੂੰ ਜਾਣ ਦੀ ਤਿਆਰੀ 'ਚ ਹੋ ਰਿਹਾ ਕੰਮ। ਉਮੀਦ ਇਹੀ ਕੀਤੀ ਜਾ ਰਹੀ ਹੈ ਕਿ ਸਰਕਾਰ ਜਲਦ ਸਾਰੀ ਸਿਚੁਏਸ਼ਨ ਨੂੰ ਠੀਕ ਕਰੇ, ਪਰ ਜਿਸ ਤਰੀਕੇ ਦੇ ਬਿਆਨ ਸਾਹਮਣੇ ਆ ਰਹੇ ਨੇ, ਜਿਸ ਤਰੀਕੇ ਦੀ ਹਾਲਾਤ ਹੈਗੀ ਹੈ, ਕਿਉਂਕਿ ਮੌਸਮ ਵਿਭਾਗ ਦੇ ਉੱਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ, ਕੁੱਲ ਮਿਲਾ ਕੇ ਹੀ ਆਖ ਸਕਦੇ ਹਾਂ ਕਿ ਪੰਜਾਬ ਦਾ ਬਿਜਲੀ ਸੰਕਟ ਰੱਬ ਆਸਰੇ ਹੈ। ਰੱਬ ਕਦੋਂ ਮਿਹਰਬਾਨ ਹੁੰਦਾ ਜਾਂ ਇੰਦਰ ਦੇਵਤਾ ਕਦੋਂ ਮਿਹਰਬਾਨ ਹੁੰਦਾ ਹੈ, ਇਸ ਦੇ ਉੱਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ। ਪਰ ਹਾਲ ਦੀ ਘੜੀ ਸੂਬੇ ਦੀ ਇੰਡਸਟਰੀ 10 ਜੁਲਾਈ ਤੱਕ ਪੂਰੀ ਤਰ੍ਹਾਂ ਦੇ ਨਾਲ ਬੰਦ ਹੈ ਔਰ ਜਿਹੜੇ ਲੱਖਾਂ ਕਾਮੇ ਨੇ ਉਹ ਘਰਾਂ ਦੇ ਵਿੱਚ ਨੇ ਔਰ ਸੂਬੇ ਦਾ ਅਰਥਚਾਰਾ ਇਹਨਾਂ 3 ਦਿਨਾਂ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ। ਮੈਨੂੰ ਤੇ ਮੇਰੇ ਸਾਥੀ ਜਗਰੂਪ ਨੂੰ ਦੇ ਇਜਾਜ਼ਤ। ਧੰਨਵਾਦ।